ਕਾਰਣ ਕਰਤੇ ਵਸ ਕਰਮ। ਜਿਵੇਂ ਕਰਮਾਂ ਦਾ ਫਲ ਕਰਤੇ ਦੇ ਵਸ ਹੈ, ਤਿਵੇਂ ਅਨੇਕ ਕਰਮਾਂ ਦਾ ਕਾਰਣ ਵੀ ਕਰਤੇ ਦੇ ਵਸ ਹੀ ਹੁੰਦਾ ਹੈ। ਕਈਆਂ ਹਾਲਤਾਂ ਵਿੱਚ ਫਲ ਹੀ ਕਾਰਨ ਰੂਪ ਹੋ ਜਾਂਦਾ ਹੈ। ਉਹ ਕਾਰਨ ਹੀ ਕਰਤੇ ਪੁਰਖ ਦੀ ਰਜ਼ਾ ਅਨੁਸਾਰ ਜੀਵਾਂ ਤੋਂ ਕਰਮ ਕਰਾਉਂਦਾ ਹੈ। ਸਤਿਗੁਰੂ ਦੇ ਭਾਣੇ ਚੱਲਣ ਵਾਲਿਆਂ ਅਰਥਾਤ ਗੁਰੂ ਕਰਤਾਰ ਦੀ ਰਜ਼ਾ ਅਨੁਸਾਰ ਚੱਲਣ ਵਾਲਿਆਂ ਦੀ ਵਡਿਆਈ ਵੱਡੀ ਹੋ ਜਾਂਦੀ ਹੈ। ਜਿਸ ਜਨ ਦੀ ਵਡਿਆਈ ਵਡੀਰੀ ਜਾਂਦੀ ਹੈ, ਤਿਸ ਉੱਤਮ ਹਰ ਜਨ ਦੇ ਹਿਰਦੇ ਵਿੱਚ ਹਰ ਨਾਮ ਉੱਤਮਤਾ ਸਹਿਤ ਵਸ ਜਾਂਦਾ ਹੈ। ਉੱਤਮਤਾ ਸਹਿਤ ਨਾਮ ਮਨ ਵਸਣ ਦੀ ਦਾਤ ਅਤ ਵੱਡੀ ਹੈ, ਜਿਸ ਨੂੰ ਕੋਈ ਮੇਟ ਨਹੀਂ ਸਕਦਾ। ਦੇਵਨਹਾਰ ਜਿਸ ਨੂੰ ਦੇਵੇ, ਤਿਸ ਦੇ ਉੱਪਰ ਕਿਰਪਾਲੂ ਦੀ ਖਾਸ ਕਿਰਪਾ ਹੁੰਦੀ ਹੈ। ਚਾਹੇ ਅਭਿਆਸੀ ਦੇ ਨਾਮ ਅਭਿਆਸ ਕਰਮਾਂ ਕਰ ਹੀ ਉਹ ਵਡਿਆਈ ਉਸ ਨੂੰ ਮਿਲਦੀ ਹੈ, ਪਰੰਤੂ ਜਿਸ ਨੂੰ ਆਪਣੀ ਕਿਰਪਾ ਕਰੇ, ਤਿਸੇ ਨੂੰ ਇਹ ਵਡਿਆਈ ਮਿਲਦੀ ਹੈ। ਤਿਸੇ ਪਾਸੋਂ ਕਰਤਾ ਐਸੇ ਕਰਮ ਕਰਾਉਂਦਾ ਹੈ ਜੋ ਕਿਰਪਾ ਵਰਸੀਜ ਹੋਣ, ਜੋ ਕਿਰਪਾ ਉਤਪਨੀਜ ਹੋਣ, ਜੋ ਕਿਰਪਾ ਪਾਤਰੀਜ ਹੋਣ। ਮੁੱਕਦੀ ਗੱਲ ਇਹ ਕਿ ਹਰ ਹਾਲਤ ਵਿੱਚ ਕਾਰਨ ਕਰਤੇ ਦੇ ਵਸ ਹੈ। ਪ੍ਰਾਣੀ ਉੱਤਮ ਜਗਿਆਸੂ ਤੋਂ ਐਸੇ ਕਰਮ ਕਰਾਉਣੇ ਜਿਨ੍ਹਾਂ ਦੇ ਕਰਨ ਕਰ ਉਸ ਉੱਤੇ ਕਿਰਪਾ ਹੋ ਜਾਵੇ, ਐਸੇ ਕਰਮ ਸਭ ਕਾਰਨ ਰੂਪ ਹਨ। ਐਸਾ ਕਾਰਨ ਕਰਤੇ ਵਸ ਹੈ, ਯਥਾ ਗੁਰਵਾਕ। ਸ਼ਲੋਕ ਮਹਲਾ ਤੀਜਾ। ਸਤਿਗੁਰ ਕੈ ਭਾਣੈ ਜੋ ਚੱਲੈ, ਤਿਸ ਵਡਿਆਈ ਵੱਡੀ ਹੋਏ। ਹਰ ਕਾ ਨਾਮ ਉੱਤਮ ਮਨ ਵਸੈ, ਮੇਟ ਨ ਸਕੈ ਕੋਏ। ਕਿਰਪਾ ਕਰੇ ਜਿਸ ਆਪਣੀ, ਤਿਸ ਕਰਮ ਪ੍ਰਾਪਤ ਹੋਏ। ਨਾਨਕ ਕਾਰਨ ਕਰਤੇ ਵਸ ਹੈ, ਗੁਰਮੁਖ ਬੂਝੈ ਕੋਏ। ਸ੍ਰੀ ਰਾਗ ਕੀ ਵਾਰ। ਪਰ ਕਾਰਨ ਕਰਤੇ ਵਸ ਹੈ ਵਾਲੀ ਬੁਝਾਰਤ ਨੂੰ ਤਤ ਅਰਥਾਂ ਵਿੱਚ ਕੋਈ ਗੁਰਮੁਖ ਹੀ ਬੁੱਝ ਸਕਦਾ ਹੈ। ਵਾਹਿਗੁਰੂ ਸਿਮਰਨ ਦੀ ਅਭਿਆਸ ਕਮਾਈ ਦੀ ਕਰਮ ਰੂਪੀ ਸੇਵਾ ਸਦਾ ਸੁਖ ਦਾਤੀ ਹੈ। ਪਰ ਇਸ ਸੁਖ ਰੂਪੀ ਫਲ, ਇਸ ਸੁਖ ਫਲ ਦਾ ਫਲ ਪ੍ਰਦਾਤਾ ਜਿੱਥੇ ਆਪ ਗੁਰੂ ਕਰਤਾਰ ਹੈ, ਉੱਥੇ ਇਸ ਸੁਖ ਫਲ ਸ਼ਗੁਫਤੀ ਸਿਮਰਨ ਸੇਵਾ ਦਾ ਕਰਾਉਣ ਹਾਰਾ ਵੀ ਉਹ ਆਪ ਹੈ। ਤੇ ਸੇਵਾ ਦਾ ਕਾਰਨ ਵੀ ਕਰਤੇ ਵਸ ਹੈ, ਜਿਸ ਕਰਕੇ ਵੀ ਉਕਤ ਸੇਵਾ ਕਰਾਉਣੀ ਮਨਸੂਬ ਹੋਈ ਹੈ। ਸੇਵਾ ਸਿਮਰਨ ਦੀ ਅਧਿਕਾਰਤਾ ਉਹ ਕਰਤਾ ਪੁਰਖ ਆਪ ਕਰਾਉਂਦਾ ਹੈ ਅਤੇ ਆਪ ਹੀ ਸੇਵਾ ਦਾ ਫਲ ਭੁਗਤਾਉਂਦਾ ਹੈ। ਅਤ ਉੱਚਾ ਹੁੰਦਾ ਹੋਇਆ, ਅਲਪਗ ਮਨੁੱਸ਼ਾਂ ਦੀ ਪਹੁੰਚ ਤੋਂ ਅਗਮ ਅਗੋਚਰ ਹੁੰਦਾ ਹੋਇਆ ਵੀ ਉਹ ਗੁਰਮੁਖ ਜਨ ਤਾਈਂ ਆਪਣੇ ਅਗਮ ਅਗੋਚਰ ਸਰੂਪ ਦੀ ਲਖਤਾ ਕਰਾ ਦਿੰਦਾ ਹੈ। ਜਿਸ ਨੂੰ ਆਪ ਆਪਣੀ ਮਿਹਰ ਫਲ ਦੁਆਰਾ ਆਪਣਾ ਸਰੂਪ ਦਿਖਾਵੇ ਲਖਾਵੇ, ਉਹੀ ਦੇਖ ਲਖ ਸਕਦਾ ਹੈ। ਇਸ ਭੇਦ ਵਿੱਚ ਓਤ-ਪੋਤ ਕਰਤੇ ਪੁਰਖ ਦਾ ਕਾਰਨ ਫਲ, ਅਧਿਕਾਰਤਾ ਅਤੇ ਫਲ ਪ੍ਰਦਾਤ ਫਲ ਕਰਮਤਾ ਸਮਲਿਤ ਹੈ। ਜਿਨ੍ਹਾਂ ਦੇ ਨਾਮ ਘਟ ਅੰਦਰ ਵਸ ਜਾਂਦਾ ਹੈ, ਉਹਨਾਂ ਨੂੰ ਆਪੇ ਹੀ ਆਪਣਾ ਆਪ ਵੇਖ ਵਿਖਾਲਦਾ ਹੈ। ਘਟ ਅੰਦਰ ਨਾਮ ਤਿਨਾਂ ਦੇ ਹੀ ਵਸਦਾ ਹੈ, ਜਿਨ੍ਹਾਂ ਤੇ ਉਹ ਆਪ ਆਪਣੀ ਕਿਰਪਾ ਕਰ ਵਸਾਉਂਦਾ ਹੈ। ਇਸ ਕਿਰਪਾ ਦਾ ਕਾਰਨ ਆਪ ਕਰਤੇ ਦੇ ਹੱਥ ਵਸ ਹੈ। ਤਿਸੈ ਕਾਰਨ ਕਰਕੇ ਹੀ ਸਿਮਰਨ ਕਮਾਈ ਦਾ ਕਰਮ ਕਮਾਲ ਨੂੰ ਪਹੁੰਚਦਾ ਹੈ। ਪਰਮਾਰਥ ਦੇ ਮਾਰਗ ਤੇ ਚੱਲ ਕੇ ਆਪ ਹੀ ਜਗਿਆਸੂ ਜਨਾਂ ਨੂੰ ਜਿਵਾਉਂਦਾ ਹੈ, ਨਵ ਜੀਵਨਾ ਜੀਵਨ ਬਖਸ਼ਦਾ ਹੈ। ਆਪ ਹੀ ਉਸ ਮਾਰਗ ਤੋਂ ਘੁਸਾ ਕੇ ਪਰਮਾਰਥ ਵੱਲੋਂ ਇੱਕ ਪ੍ਰਕਾਰ ਉਹਨਾਂ ਨੂੰ ਮਾਰ ਹੀ ਕੱਟਦਾ ਹੈ। ਯਥਾ ਗੁਰਵਾਕ। ਆਪੇ ਮਾਰੇ ਆਪ ਜੀਵਾਏ, ਆਪੇ ਮੇਲੇ ਮੇਲ ਮਿਲਾਏ। ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿਜ ਸਮਾਵਣਿਆ। ਆਪੇ ਉੱਚਾ ਉੱਚੋ ਹੋਈ, ਜਿਸ ਆਪ ਵਿਖਾਲੇ ਸੋ ਵੇਖੈ ਕੋਈ। ਨਾਨਕ ਨਾਮ ਵਸੈ ਘਟ ਅੰਤਰ, ਆਪੇ ਵੇਖ ਵਿਖਾਲਣਿਆ। ਮਾਝ ਮਹਲਾ ਤੀਜਾ। ਮਾਰਨਹਾਰਾ ਤੇ ਰਾਖਣਹਾਰਾ ਇੱਕੋ ਕਰਤਾ ਪੁਰਖ ਵਾਹਿਗੁਰੂ ਹੀ ਹੈ। ਮਾਨਸ ਦੇ ਹੱਥ ਇਹਨਾਂ ਦੋਹਾਂ ਗੱਲਾਂ ਵਿੱਚੋਂ ਕੋਈ ਗੱਲ ਵੀ ਨਹੀਂ। ਮਨੁੱਖ ਨੂੰ ਤਾਂ ਇਹੀ ਚਾਹੀਦਾ ਹੈ ਕਿ ਉਸ ਕਰਨ ਕਾਰਨ ਸਮਰੱਥ ਦਾ ਨਾਮ ਆਪਣੇ ਕੰਠ ਵਿੱਚ ਪਰੋਈ ਰੱਖੇ ਅਤੇ ਸਦਾ ਉਸ ਦਾ ਹੁਕਮ ਬੁੱਝ ਕੇ ਉਸ ਦੇ ਹੁਕਮ ਦੇ ਅਧੀਨ ਕੰਮ ਕਰੇ। ਦੁੱਖ ਸੁਖ ਦੇਵਨਹਾਰ ਕਰਨਹਾਰ ਕਰਤਾਰ ਹੀ ਹੈ। ਤਾਂ ਤੇ ਹੋਰ ਸਭ ਕੁਝ ਤਿਆਗ, ਹੋਰ ਵਿਡਾਣੀ ਟੇਕ ਵਿਸਾਰ ਕੇ ਇੱਕੋ ਕਰਤਾਰ ਨੂੰ ਹੀ ਚਿਤਾਰਨਾ ਸਹੀ ਹੈ ਅਤੇ ਸੱਚੜਾ ਗੁਰਮਤ ਕਰਮ ਹੈ। ਸਦਾ ਸਦਾ ਦਿਨ ਰਹਿਣੀ ਵਾਹਿਗੁਰੂ ਜਾਪ ਅਭਿਆਸ ਕਮਾਈ ਹੀ ਸਭ ਤੇ ਉੱਚ ਅਤੇ ਸਭ ਤੋਂ ਸ੍ਰੇਸ਼ਟ ਨਿਰਮਲ ਕਰਨੀ ਹੈ। ਹੋਰ ਕਰਮਾਂ ਦੀ ਕਰਨੀ ਸਭ ਹੇਚ ਹੈ। ਤਾਂ ਤੇ ਸ੍ਰੇਸ਼ਟ ਸੰਤ ਜਨਾਂ ਨੂੰ ਆਨ ਕਾਮ ਤਿਆਗ ਕੇ ਇਹੀ ਇੱਕੋ ਨਾਮ ਅਭਿਆਸ ਕਮਾਈ ਰੂਪੀ ਕਰਮ ਹੀ ਕਰਨਾ ਲੋੜੀਂਦਾ ਹੈ। ਹਿਰਦੇ ਕਰਕੇ ਸਵਾਸਾਂ ਦੁਆਰਾ ਪੂਰਨ ਗੁਰਮੰਤਰ ਵਾਹਿਗੁਰੂ ਨਾਮ ਦਾ ਬਿਲੋਵਣਾਮਈ ਅਭਿਆਸ ਕਮਾਈ ਹੀ ਸਭ ਤੇ ਭਲਾ ਸ਼ੋਭਾ ਧਨਵੰਤਨੀ ਕਰਮ ਹੈ। ਇਉਂ ਨਾਮ ਅਭਿਆਸ ਕਮਾਈਆਂ ਕਰਨ ਕਰਾਉਣ ਦੀ ਖੇਲ ਉਸ ਦੀ ਆਪ ਵਰਤਾਈ ਹੋਈ ਹੈ। ਗੁਰੂ ਸਾਹਿਬ ਇਰਸ਼ਾਦ ਫਰਮਾਉਂਦੇ ਹਨ ਕਿ ਕਰਨੇ ਹਾਰ ਹੋਰ ਦੂਜਾ ਕੋਈ ਨਹੀਂ, ਹੇਠਾਂ ਉੱਪਰ ਉਸੇ ਦੀ ਕਲਾ ਹੀ ਵਰਤ ਰਹੀ ਹੈ। ਯਥਾ ਗੁਰਵਾਕ। ਮਾਰੈ ਰਾਖੈ ਏਕੋ ਆਪ, ਮਾਨੁਕੈ ਕਿਛ ਨਾਹੀ ਹਾਥ।
दुख सूख प्रभ देवन हार, अवर त्याग तू तिसै चितार। जप जन सदा सदा दिन रैणी, सब ते ऊच निर्मल ए करणी। गौड़ी सुखमनी महला पंजवां। भली सुकरनी शोभा धनवंत, हिरदै बसे पूरन गुरमंत। गौड़ी सुखमनी महला पंजवां। आपन खेल आप वरतीजा, नानक करनै हार ना दूजा। गौड़ी सुखमनी महला पंजवां। ਤਾਂ ਤੇ ਸਿਮਰਨ ਦੀ ਉੱਚ ਕਰਨੀ ਮਈ, ਕਰਮਗਤ ਸਭ ਕਰਨਹਾਰ ਕਰਤਾਰ ਦੇ ਵਸਗਤ ਹੀ ਹੈ। ਸੁਫਲ ਫਲਾਈ ਕਮਾਈ ਦੇ ਅਨੁਸਾਰ ਹੀ ਕਰਮ ਦੀ ਗਤ ਸਭ ਕਰਨਹਾਰ ਦੇ ਅਧੀਨ ਹੀ ਹੈ। ਕਰਦਾ ਤਾਂ ਅਭਿਆਸੀ ਜਨ ਹੀ ਹੈ, ਪਰ ਫਲ ਕਰਮਗਤ ਉਸ ਦੇ ਹੱਥ ਨਹੀਂ। ਨਾ ਹੀ ਕਰਤੱਤ ਗੁਣਾਂ ਦਾ ਖੁਦ ਖੁਦੇਸੀ ਕਰਤਾ, ਕਰਨਹਾਰ ਉਹ ਆਪ ਹੈ। ਡੋਰੀ ਕਰਤਾਰ ਦੇ ਹੱਥ ਹੈ, ਇਸ ਡੋਰੀ ਦੇ ਆਸਰੇ ਪ੍ਰਾਇਣੀ ਕਰਮ ਉੱਤਮ ਅਭਿਆਸੀ ਕਰਦੇ ਹਨ। ਹਮੋ ਹਮਤੀ ਮਤਸਰੀ ਦਾਵਾ, ਉਹਨਾਂ ਦਾ ਕੱਖ ਵੀ ਨਹੀਂ। ਜੇ ਹੋਵੇ ਤਾਂ ਹਰ ਕੋਈ ਅਭਿਆਸ ਨਾ ਕਰਨ ਲੱਗ ਜਾਵੇ। ਜਿਸ ਨੂੰ ਉਹ ਆਪਣੀ ਕਿਰਪਾ ਕਰ ਕਰਾਉਂਦਾ ਹੈ, ਸੋਈ ਕਰਦਾ ਹੈ। ਇਹ ਕਿਰਪਾਮਈ ਕਾਰਨ ਕਰਤੇ ਦੇ ਵਸ ਹੈ। ਕਈ ਅਗਿਆਨੀ ਮੂਰਖ ਲੋਕ ਇਸ ਉੱਪਰਲੇ ਗੁਰਪਰਮਾਣ ਵਿੱਚ ਦਿੱਤੀਆਂ ਪਹਿਲੀਆਂ ਦੋਹਾਂ ਤੁਕਾਂ ਨੂੰ ਆਪਣੀ ਮਤਸਰ ਦੁਆਰਾ ਉਲਟਾ ਪਲਟਾ ਕੇ ਪੜ੍ਹਦੇ ਹਨ। ਯਾਨੀ ਮਾਰੈ ਰਾਖੈ ਏਕੋ ਆਪ, ਮਾਨੁਕੈ ਕਿਛ ਨਾਹੀ ਹਾਥ। ਦੇ ਥਾਉ ਕਰੈ ਕਰਾਵੈ ਆਪੇ ਆਪ, ਮਾਨੁਕੈ ਕਿਛੂ ਨਾਹੀ ਹਾਥ। ਪੜ੍ਹਦੇ ਪ੍ਰਮਾਣਦੇ ਹਨ ਅਤੇ ਆਪਣੀ ਮਨਮਰਜ਼ੀ ਦੇ ਅਰਥ ਇਉਂ ਕਰਦੇ ਹਨ ਕਿ ਮਾੜੇ ਚੰਗੇ ਕਰਮਾਂ ਨੂੰ ਕਰਨ ਕਰਾਉਣ ਹਾਰਾ ਉਹ ਆਪ ਹੀ ਹੈ, ਉਹੀ ਜ਼ਿੰਮੇਵਾਰ ਹੈ। ਮਨੁੱਖ ਦੇ ਨਾ ਕੁਛ ਹੱਥ ਹੈ, ਨਾ ਉਹ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਐਸੇ ਅਰਥ ਕਰਨਾ ਉਹਨਾਂ ਦੀ ਮੂੜ ਮੱਤ ਹੈ। ਮਾੜੇ ਕੰਮਾਂ ਦੇ ਕਰਨ ਦੀ ਦੇਣਹਾਰੀ ਤੋਂ ਬਚਣ ਲਈ ਉਹ ਐਸਾ ਪ੍ਰਮਾਣਕ ਅਰਥ ਜਾਣ-ਬੁੱਝ ਕੇ ਦਿੰਦੇ ਹਨ। ਨਾਲੇ ਮੰਦੇ ਕਰਮ ਕਰੀ ਵੀ ਜਾਂਦੇ ਹਨ। ਮੰਦੇ ਪਾਪ ਕਰਮ ਕਰਦੇ ਹੋਏ ਆਪਣੇ ਆਪ ਨੂੰ ਇਹਨਾਂ ਕਰਮਾਂ ਦੀ ਕਰਨੀ ਤੋਂ ਨਿਰਲੇਪ ਅਤੇ ਨਿਸ਼ਪਾਪ ਸਿੱਧ ਕਰਨ ਲਈ ਉਹ ਇਉਂ ਪ੍ਰਮਾਣ ਦਿੰਦੇ ਹਨ। ਚੰਗੇ ਕਰਮਾਂ ਦਾ ਸਿਹਰਾ ਉਹ ਆਪ ਲੈਣਾ ਮੰਗਦੇ ਹਨ। ਉਹ ਮੰਦ ਕਰਮੀ ਪੁਰਸ਼ ਜੋ ਮੰਦ ਕਰਮ ਕਰਦੇ ਹਨ, ਇਹ ਪਿੱਛੋਂ ਵੀ ਉਹਨਾਂ ਦੇ ਪਿਛਲੇ ਕੀਤੇ ਪਾਪਾਂ ਦਾ ਫਲ ਹੈ ਅਤੇ ਅੱਗੇ ਨੂੰ ਵੀ ਇਹਨਾਂ ਕੀਤੇ ਮੰਦ ਕਰਮਾਂ ਦਾ ਫਲ ਉਹਨਾਂ ਨੂੰ ਖੁਦ ਭੁਗਤਣਾ ਪਵੇਗਾ। ਮੰਦ ਕਰਮਾਂ ਦਾ ਫਲ ਦੇਣ ਹਾਰਾ ਦੋਹਾਂ ਹਾਲਤਾਂ ਵਿੱਚ ਆਪ ਕਰਤਾ ਪੁਰਖ ਕਰਤਾਰ ਹੈ। ਪੂਰਬਲੇ ਮੰਦ ਕਰਮਾਂ ਦੀ ਭੁਗਤਾਉਣੀ ਸਜ਼ਾ ਦੇ ਰੂਪ ਵਿੱਚ ਇਸ ਅਗਲੇ ਜਨਮ ਵਿੱਚ ਵੀ ਮੰਦ ਕਰਮ ਕਰਨ ਦੇ ਹਰਬੇ ਵਿੱਚ ਉਸ ਨੂੰ ਰੱਖਿਆ, ਉਦੋਂ ਵੀ ਭੈੜੇ ਹਰਬੇ ਵਿੱਚ ਉਸ ਨੂੰ ਪਾਇਆ ਜਾਂਦਾ ਹੈ। ਐਸੇ ਹਰਬੇ ਵਿੱਚ ਪੈ ਕੇ ਜੇ ਜਾਣ ਬੁੱਝ ਕੇ ਉਦੋਂ ਵੀ ਵਧੇਰੇ ਭੈੜੇ ਕਰਮ ਕਰੇ ਤਾਂ ਇਹ ਉਸ ਦੀ ਹੋਰ ਵੀ ਭੈੜੀ ਮੰਦ ਕਰਮੀ ਸਮਝੀ ਜਾਵੇਗੀ। ਪਰ ਉਹ ਇਸ ਭੈੜ ਪੁਣੇ ਤੋਂ ਬਰੀ ਉਲਜ਼ਮਾ ਨਹੀਂ ਹੋ ਸਕਦਾ। ਉਹੀ ਭੈੜੇ ਕਰਮ ਕਰਨ ਹਾਰ ਗਰਦਾਨਿਆ ਜਾਏਗਾ, ਨਾ ਕਿ ਉਸ ਦੇ ਥਾਂ ਹੋਰ ਕੋਈ। ਚੰਗੇ ਕਰਮ ਕਰਨੇ ਚੰਗੇ ਹੀ ਹਨ, ਉਹਨਾਂ ਦਾ ਚੰਗਾ ਫਲ ਹੀ ਇੱਥੇ ਉੱਥੇ ਉਸ ਨੂੰ ਮਿਲਦਾ ਹੈ। ਪਰ ਚੰਗੇ ਕੰਮ ਕਰਨ ਨੂੰ ਅਪਣਾਉਣ ਦਾ ਜੱਫਾ ਝੱਟ ਮਾਰ ਲੈਂਦਾ ਹੈ। ਫਿਰ ਉਸ ਨੂੰ ਕਰੇ ਕਰਾਵੈ ਆਪੇ ਆਪ ਦੀ ਤੁਕ ਘੜਨੀ ਅਤੇ ਆਪਣੇ ਆਪ ਤੇ ਘਟਾਉਣੀ ਭੁੱਲ ਜਾਂਦੀ ਹੈ। ਭੁੱਲ ਕੀ ਜਾਂਦੀ ਹੈ, ਉਹ ਘਟਾਉਂਦਾ ਹੀ ਨਹੀਂ। ਮਨਚਲਾ ਘੇਸਲਾ ਰਹਿੰਦਾ ਹੈ। ਉਹ ਤਾਂ ਮੰਦ ਕਰਮ ਦਾ ਪਾਪ ਦੂਸ਼ਣ ਵੀ ਕਿਸੇ ਨੂੰ ਕਰਾਵਣ ਹਾਰਾ ਠਹਿਰਾਏ ਕੇ ਉਸੇ ਤੇ ਥੱਪਦਾ ਹੈ ਅਤੇ ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰਦਾ ਹੈ। ਹਰ ਪ੍ਰਕਾਰੀ ਕਰਮ ਕਰਾਉਣ ਹਾਰਾ ਫਲ ਰੂਪੀ ਕਾਰਨ ਕਰਤੇ ਦੇ ਵਸ ਹੈ। ਬੀਜ ਕਰਮੀ ਕਾਰਨ ਦਾ ਉਹ ਖੁਦ ਕਰਮ ਕੁਨੰਦਾ ਜ਼ਿੰਮੇਵਾਰ ਹੈ। ਨਿਖੜਮੀਆਂ ਢੁੱਚਰਾਂ ਡਾਹ ਕੇ ਉਹ ਜ਼ਿੰਮੇਵਾਰੀ ਤੋਂ ਬਚਦਾ ਨਹੀਂ, ਬਰੀ ਨਹੀਂ ਹੋ ਸਕਦਾ। ਕਾਰਜ ਰੂਪ ਕਰਮ ਅਤੇ ਕਾਰਨ ਰੂਪ ਦੋਹਾਂ ਦਾ ਉਹ ਆਪ ਜਵਾਬਦੇਹ ਹੈ। ਕਾਰਨ ਕਾਰਜ ਚਾਹੇ ਖੁਦ ਕਰਦਾ ਹੈ, ਚਾਹੇ ਕਰਾਇਆ ਕਰਦਾ ਹੈ, ਪਰ ਕੀਤੇ ਕਰਾਏ ਦੋਹਾਂ ਦੀ ਕਰਨੀ ਭਰਨੀ ਆਪ ਭਰਦਾ ਹੈ। ਕਾਰਨੀ ਕਰਮ ਚਾਹੇ ਕਰਤੇ ਵਸ ਹੈ, ਪਰ ਉੜਕ ਉਹ ਕਾਰਨੀ ਕਰਮ ਉਸ ਦੀ ਕਰਨੀ ਦਾ ਹੀ ਸਿੱਟਾ ਹੈ। ਕਾਰਨ ਕਾਰਜ ਦਾ ਫਲ ਦੇਣਾ ਲੈਣਾ ਉਸ ਦੇ ਹੱਥ ਨਹੀਂ, ਕਰਤੇ ਦੇ ਵਸ ਹੈ, ਪਰ ਦੋਹਾਂ ਦੀ ਜ਼ਿੰਮੇਵਾਰੀ ਉਸੇ ਤੇ ਪੈਣੀ ਹੈ। ਜੇ ਕਹੇ ਮੈਂ ਕੁਛ ਨਹੀਂ ਕਰਦਾ, ਜੋ ਕੁਛ ਕਰਦਾ ਕਰਾਉਂਦਾ ਹੈ, ਕਰਤਾ ਹੀ ਕਰਾਉਂਦਾ ਹੈ, ਇਹ ਢਕੋਸਲਾ ਉਸ ਦਾ ਤਾਂ ਸੱਚਾ ਜਾਣੀਏ ਜੇ ਉਹ ਹੱਥ ਤੇ ਹੱਥ ਧਰ ਕੇ ਨਿੱਸਲ ਹੋ ਕੇ ਬਹਿ ਜਾਵੇ, ਕੁਝ ਵੀ ਨਾ ਕਰੇ। ਪਰ ਬੈਠਦਾ ਨਹੀਂ, ਕੁਝ ਨਾ ਕੁਝ ਕਰੀ ਜਾਂਦਾ ਹੈ, ਕਰਦਾ ਹੀ ਰਹਿੰਦਾ ਹੈ ਅਤੇ ਕਰਦਾ ਵੀ ਮੈਂ ਕਰਕੇ ਹੈ। ਹਰੇਕ ਕੰਮ ਵਿੱਚ ਆਪਣੀ ਮੇਰ ਅੜਾਉਂਦਾ ਹੈ। ਮੈਂ ਕਰਦਾ ਹਾਂ, ਮੈਂ ਕਰਦਾ ਹਾਂ, ਪਰ ਜਦ ਉਸ ਦਾ ਮੰਦ ਚੰਗ ਅੱਗੇ ਆਉਂਦਾ ਹੈ ਤਾਂ ਬ੍ਰਹਮ ਗਿਆਨੀ ਬਣ ਬੈਠਦਾ ਹੈ। ਆਪ ਅਛੁੱਤ ਜਾਂਦਾ ਹੈ ਅਤੇ ਕਰਾ ਕਰਾਵੇ ਆਪੇ ਆਪ ਦੇ ਖਰੜ ਗਿਆਨ ਦਾ ਰਿੜਕਾ ਰਿੜਕਣ ਲੱਗ ਪੈਂਦਾ ਹੈ। ਚੰਗੇ ਕੰਮਾਂ ਬਾਰੇ
ਕਦੇ ਨਹੀਂ ਕਹਿੰਦਾ ਕਿ ਮੈਥੋਂ ਕਰਤੇ ਨੇ ਕਰਾਏ ਹਨ। ਕਰਮ ਕਰਨ ਦੇ ਅਭਿਮਾਨੀਆਂ ਨੂੰ ਵੀ 84 ਦੇ ਗੇੜ ਵਿੱਚ ਪੈਣਾ ਪੈਂਦਾ ਹੈ। ਸੋ ਜਿਹੜੇ ਕਹਿੰਦੇ ਹਨ ਤੇ ਅਭਿਮਾਨ ਕਰਦੇ ਹਨ ਕਿ ਫਲਾਣਾ ਅੱਛਾ ਕਰਮ ਮੈਂ ਕੀਤਾ ਹੈ, ਉਹ ਗੁਰਮਤਿ ਕਰਮ ਫਿਲਾਸਫੀ ਤੋਂ ਹੀਣੇ ਹੋਣ ਕਰਕੇ ਇਸੇ ਅਭਿਮਾਨ ਵਿੱਚ ਹੀ ਰੁੜੇ ਰਹਿੰਦੇ ਹਨ। ਜੇ ਉਹਨਾਂ ਨੂੰ ਮਨ ਬਚ ਕਰਮ ਕਰਕੇ ਇਹ ਗੱਲ ਦ੍ਰਿੜ ਹੋ ਜਾਵੇ ਕਿ ਸੱਚਮੁੱਚ ਜੋ ਕੁਝ ਕਰਦਾ ਕਰਾਉਂਦਾ ਹੈ ਉਹੀ ਕਰਤਾ ਪੁਰਖ ਹੀ ਹੈ, ਮੈਂ ਤਾਂ ਕੁਝ ਵੀ ਨਹੀਂ ਕਰ ਸਕਦਾ, ਤਾਂ ਉਸ ਦਾ ਕੀਤਾ ਕਰਮ ਵੀ ਲੇਖੇ ਲੱਗੇ। ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ ਵਾਲੀ ਗੱਲ ਜੇ ਦ੍ਰਿੜ ਹੋ ਜਾਵੇ ਤਾਂ ਇਸ ਰੋੜ ਵਿੱਚ ਰੁੜਨੋਂ ਬਚ ਜਾਵੇ। ਜਿਤਨੇ ਵੀ ਆਨਮਤੀ ਕਰਮ ਹਨ ਤਿਨਾਂ ਦੇ ਕਰਨਹਾਰਿਆਂ ਦਾ ਅਹੰਕਾਰ ਹੀ ਵੱਧਦਾ ਹੈ, ਜੈਸਾ ਕਿ ਗੁਰਵਾਕ ਹੈ, ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾਵੈ, ਕੋਟ ਕਰਮ ਕਰੈ ਹਉ ਧਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ। ਕਰਨ करावन करनै हार, इसके हाथ कहाँ विचार, जैसी दृष्ट करे तैसा होए, आपे आप प्रभ सोए, जो किछ कीनो सो अपने रंग, सब ते दूर सब हूँ कै संग, बूझै देखै करै विवेक, आप हैं एक आप हैं अनेक, मरै न बिनसै आवे न जाए, नानक सद ही रहा समाए। गौड़ी सुखमनी महला पंजवां। ਭਾਵ ਆਪਣੇ ਆਪ ਨੂੰ ਕਰਮਵੰਤ ਕਹਾਉਣ ਵਾਲੇ ਜਨਮ ਮਰਨ ਦੇ ਗੇੜ ਵਿੱਚ ਨਾਨਾ ਪ੍ਰਕਾਰ ਦੀਆਂ ਜੋਨੀਆਂ ਵਿੱਚ ਭਰਮਦੇ ਹਨ। ਕੋਟ ਆਨਮਤ ਕਰਮ ਕਰਾਉਣ ਹਾਰਿਆਂ ਦੀ ਹਉਮੈ ਹੀ ਵੱਧਦੀ ਹੈ। ਉਹਨਾਂ ਦੇ ਸਾਰੇ ਪ੍ਰਿਸ਼ਰਮ ਕੀਤੇ ਹੋਏ ਬਿਰਥੇ ਜਾਂਦੇ ਹਨ। ਆਨਮਤੀ ਕਰਮਾਂ ਦੇ ਕੀਤੇ ਪੁਰਸ਼ਾਰਥ ਸਭ ਨਿਰਾਰਥ ਹੀ ਰਹਿੰਦੇ ਹਨ। ਆਨਮਤ ਕਰਮਾਂ ਦੇ ਪੱਖੀ ਕਹਿੰਦੇ ਹਨ ਕਿ ਜੇ ਹਉਮੈ ਨਾ ਧਾਰੀ ਜਾਏ ਫਿਰ ਤਾਂ ਕਰਮ ਕੀਤੇ ਸਕਾਰਥ ਹੀ ਹੁੰਦੇ ਹਨ। ਇਹ ਗੱਲ ਨਹੀਂ, ਆਨਮਤੀ ਕਰਮਾਂ ਦੇ ਕਰਨ ਵਿੱਚ ਹੀ ਹਉਮੈ ਆਵੜਦੀ ਹੈ। ਇਹ ਸਾਰੇ ਕਰਮ ਹੀ ਹਉਮੈ ਉਪਜਾਇਕ ਹਨ। ਕੋਈ ਵੀ ਆਨਮਤੀ ਕਰਮ ਕਲਿਆਣਕਾਰੀ ਨਹੀਂ। ਆਨਮਤੀਆਂ ਵਾਲੇ ਕਰੋੜਾਂ ਕਰਮ ਸਭੇ ਹੀ ਬਿਰਥੇ ਹਨ ਅਤੇ ਇਸੇ ਕਰਕੇ ਹੀ ਬਿਰਥੇ ਹਨ ਕਿ ਉਹਨਾਂ ਤੋਂ ਹਉਮੈ ਉਪਜਦੀ ਹੈ, ਤਾਂ ਹੀ ਤੇ ਕਿਸੇ ਲੇਖੇ ਨਹੀਂ ਪੈਂਦੇ। ਇਸ ਅਲਪਗ ਜੀਵ ਨੂੰ ਇਹ ਹੰਕਾਰ ਕਿ ਮੈਂ ਹੀ ਸਭ ਕੁਝ ਕਰਦਾ ਹਾਂ ਰਸਾਤਲ ਵਿੱਚ ਲੈ ਜਾਣ ਵਾਲਾ ਹੈ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਗੌੜੀ ਸੁਖਮਨੀ ਮਹਲਾ ਪੰਜਵਾਂ। ਅਸਲ ਵਾਸਤਵਾ ਤਾਂ ਇਹੀ ਹੈ ਕਿ ਕਰਨ ਕਰਾਵਣ ਤੇ ਕਰਨੇ ਹਾਰ ਆਪ ਹੀ ਕਰਤਾਰ ਹੈ। ਇਸ ਵਿਚਾਰੇ ਅਲਪਗ ਮਨੁੱਖ ਦੇ ਕੀ ਹੱਥ ਹੈ? ਕੁਝ ਵੀ ਨਹੀਂ। ਕਰਨ ਕਰਾਵਣ ਕਰਨਾ ਹਾਰ ਉਹ ਆਪ ਹੀ ਹੈ। ਜੈਸੀ ਜੈਸੀ ਉਸ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਤੈਸਾ ਹੀ ਉਹ ਹੋ ਜਾਂਦਾ ਹੈ। ਕਰਮ ਦ੍ਰਿਸ਼ਟੀ ਉਸ ਦੀ ਕਿਰਪਾ ਦ੍ਰਿਸ਼ਟੀ ਕਰਕੇ ਹੀ ਹੈ। ਕਰਮ ਦ੍ਰਿਸ਼ਟੀ ਦੇ ਅਧੀਨ ਹੀ ਅਲਪਗ ਜੀਵ ਕਰਮ ਕਰਦੇ ਹਨ। ਕਰਮਾਂ ਦੇ ਲੇਖੇ ਅਨੁਸਾਰ ਲੇਖੇ ਅੰਦਰ ਹੀ ਸਭ ਕਰਮ ਕਮਾਉਂਦੇ ਹਨ। ਤਾਂ ਹੀ ਤੇ ਕਰਤਾ ਪੁਰਖ ਕਰਨ ਕਰਾਵਨ ਕਰਨੇ ਹਾਰ ਹੈ। ਤਾਂ ਹੀ ਤੇ ਹੀ ਕਾਰਨ ਕਰਤੇ ਦੇ ਹੱਥ ਵਸ ਹੈ, ਜਿਸ ਦੇ ਅਧੀਨ ਜੀਵ ਕਰਮ ਕਰਦੇ ਹਨ। ਆਪਣੀ ਕਿਰਪਾ ਦੇ ਤਰੰਗ ਕਰਕੇ ਜੋ ਕਿਛ ਕਰਤਾ ਪੁਰਖ ਕਰਦਾ ਹੈ ਸੋ ਆਪਣੇ ਇਸ ਦ੍ਰਿਸ਼ਟ ਰੰਗਾਂ ਕਰ ਆਪਣੇ ਹੀ ਰੰਗਾਂ ਵਿੱਚ ਕਰਦਾ ਹੈ। ਅਲਪਗ ਨੂੰ ਸਰਬੱਗ ਕਰਤਾਰ ਦੇ ਦ੍ਰਿਸ਼ਟ ਰੰਗਾਂ ਦਾ ਕੀ ਥੋ ਪਤਾ ਹੈ? ਉਸ ਨੂੰ ਤਾਂ ਸਰਬੱਗ ਦੀ ਸਰਬੱਗਤਾ ਦਾ ਪਤਾ ਹੀ ਨਹੀਂ। ਉਸ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਕਰਨੇ ਹਾਰ ਕਰਤਾਰ ਸਭ ਦੇ ਸੰਗ ਤੇ ਨੇੜੇ ਹੈ। ਦੂਰ ਹੁੰਦਾ ਹੋਇਆ ਵੀ ਸਭ ਦੇ ਨੇੜੇ ਹੈ। ਨੇੜੇ ਦੂਰ ਵਾਹਿਗੁਰੂ ਆਪੇ ਆਪ ਹੀ ਵਰਤਦਾ ਹੈ। ਉਹ ਕਰਨਹਾਰ ਕਰਤਾਰ ਸਾਰਿਆਂ ਦੇ ਕਰਮ ਨੂੰ ਬੁੱਝਦਾ ਹੈ ਅਤੇ ਭਲੀ ਭਾਂਤ ਬੁੱਝਦਾ ਹੈ। ਬੁਰੇ ਭਲੇ ਹਰੇਕ ਕਰਮ ਨੂੰ ਦੇਖਦਾ ਹੈ ਅਤੇ ਦੇਖ ਕੇ ਸਾਰ ਅਸਾਰ ਕਰਮ ਕਰਤਿਆਂ ਨੂੰ ਵਿਚਾਰ ਸਾਰਿਆਂ ਦੇ ਕਰਮਾਂ ਦਾ ਫਲ ਦਿੰਦਾ ਹੈ। ਦਿੰਦਾ ਹੀ ਨਹੀਂ, ਭੁਗਤਾਉਂਦਾ ਹੈ। ਇਸੇ ਕਰਕੇ ਹੀ ਕਰਮ ਦਾ ਕਾਰਜ ਫਲ ਅਤੇ ਕਾਰਨ ਕਰਾਊ, ਕਾਰਨ ਉਭਰਾਊ, ਕਾਰਨ ਉਪਜਾਊ, ਜਿਸ ਤੋਂ ਕਰਮ ਫੈਲਦੇ ਫਲਦੇ ਹਨ, ਬੀਜ ਕਰਤੇ ਦੇ ਹੱਥ ਵਸ ਹੈ। ਸਰਬੱਤ ਜੀਵ ਮਾਤਰ ਦਾ ਕਰਮ ਅਕਰਮ ਸੁਕਰਮ ਵਿਚਾਰੀ ਵਿਵੇਕ ਵਿਵੇਚਨੀ ਏਕ ਤੇ ਅਨੇਕ ਰੂਪ ਹੋਏ ਵਰਤਦਾ ਹੈ। ਬੇਅੰਤ ਜੋ ਹੋਇਆ, ਬੇਅੰਤ ਕਰਮਾਂ ਦਾ ਅਤੇ ਕਰਮ ਕਰਨਹਾਰਿਆਂ ਦਾ ਲੇਖਾ ਨਿਬੜਦਾ ਹੈ ਅਤੇ ਸਾਰੇ ਸਮੂਹ ਰਚਨਾ ਵਿਖੇ ਕਰਨ ਕਾਰਨ ਸਮਰੱਥ ਹੋ ਕੇ ਸਮਾ ਰਿਹਾ ਹੈ। ਉਸ ਦੀ ਕਰਨ ਕਾਰਨ ਸਮਰੱਥਤਾ ਕਦੇ ਮੁੱਕਦੀ ਮਰਦੀ ਨਹੀਂ, ਕਿਉਂ ਜੋ ਉਹ ਖੁਦ ਅਮਰ ਅਬਿਨਾਸ਼ੀ ਅਤੇ ਅਜੂਨੀ ਹੈ। ਕਾਲ ਚੱਕਰ ਵਿੱਚ ਆਏ ਨਾਸ਼ਵੰਤ ਅਤੇ ਜੂਨੀਆਂ ਵਾਲੇ ਸਗਲੇ ਜਨਤਾਂ ਦੇ ਕਾਰਨ ਕ੍ਰਮੀ ਲੇਖਿਆਂ ਦਾ ਸਦਾ ਸਦਾ ਨਿਬੇੜਨਹਾਰਾ ਹੈ। ਤ੍ਰੈਕਾਲ ਆਬਾਦ ਉਸ ਦੀ ਕਾਰਨ ਕਾਰਿਆ ਕਰਮਾਣੀ ਸਮਰੱਥਤਾ ਹੈ। ਕਰਨ ਕਰਾਵਨ ਕਰਨੈ ਹਾਰ ਹੋਣਾ ਉਸ ਦੀ ਸਰਬ ਕਲਾ ਸਮਰੱਥਤਾ ਦਾ ਸੂਚਕ ਹੈ। ਆਪਨ ਖੇਲ ਆਪ ਵਰਤੀਜਾ,
ਨਾਨਕ ਕਰਨੈ ਹਾਰ ਨਾ ਦੂਜਾ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਮਹੱਲਾ ਤੀਜਾ। ਜੋ ਧੁਰ ਮੇਲੇ ਸੇ ਮਿਲ ਰਹੇ, ਸਤਿਗੁਰ ਸਿਉ ਚਿਤ ਲਾਏ। ਆਪ ਵਿਛੋੜਨ ਸੇ ਵਿਛੜੇ, ਦੂਜੈ ਭਾਏ ਖੁਆਏ। ਨਾਨਕ ਵਿਣ ਕਰਮਾ ਕਿਆ ਪਾਈਐ, ਪੂਰਬ ਲਿਖਿਆ ਕਮਾਏ। ਸੋਰਠ ਕੀ ਵਾਰ। ਕਰਨ ਕਾਰਨ ਸਮਰੱਥ ਵਾਹਿਗੁਰੂ ਦੇ ਸਤਿਗੁਰੂ ਦੀ ਬਸੀਠੀ ਨਦਰ ਨਦਰੀਠੀ ਵਿੱਚ ਮੇਲ ਮਿਲਾਏ ਹੋਏ ਗੁਰਮੁਖ ਜਨ ਧੁਰ ਪੂਰਬ ਕ੍ਰਮੀ ਲਿਖਤ ਅਨੁਸਾਰ ਉਸ ਦੇ ਸਵੈ ਸਰੂਪ ਵਿੱਚ ਮਿਲ ਜਾਂਦੇ ਹਨ ਅਤੇ ਮਿਲ ਕੇ ਮਿਲੇ ਹੀ ਰਹਿੰਦੇ ਹਨ। ਜਿਹੜੇ ਮਨਮੁਖ ਵਾਹਿਗੁਰੂ ਨੇ ਆਪ ਵਿਛੋੜੇ ਹਨ ਸੋ ਵਿਛੜੇ ਹੀ ਰਹਿੰਦੇ ਹਨ, ਦੂਜੇ ਭਾਏ ਦੀ ਖੁਮਾਰੀ ਕਰਕੇ। ਮਨਮੁੱਖਾਂ ਦੇ ਦੁਕ੍ਰਿਤ ਕਰਮਾਂ ਦੀ ਰੇਖਾ ਅਨੁਸਾਰ ਕਰਨ ਕਾਰਨ ਸਮਰੱਥ ਕਰਤਾ ਪੁਰਖ ਉਹਨਾਂ ਨੂੰ ਦੂਜੇ ਭਾਏ ਦੀ ਖੱਜਲ ਖੁਆਰੀ ਵਿੱਚ ਖੱਜਲ ਕੀਤੀ ਰੱਖਦਾ ਹੈ। ਨਾ ਉਹਨਾਂ ਦੀ ਕਰਮ ਕਰਤਬਣੀ ਕਰਤੂਤ ਮੁੱਕਦੀ ਹੈ, ਨਾ ਇਹ ਰੇਖਾ ਮਿਟਦੀ ਹੈ ਅਤੇ ਨਾ ਇਹ ਖੁਆਰੀ ਦੂਰ ਹੁੰਦੀ ਹੈ। ਖੁਆਰੀ ਦੂਰ ਕਰਨਾ ਅਤੇ ਦੂਜੇ ਭਾਏ ਵਿੱਚ ਖੁਆਉਣਾ ਸਭ ਕਰਮਾਂ ਦਾ ਰਸੀਠੀਆ ਕਰਨਹਾਰ ਕਰਤਾਰ ਕਰਤੇ ਪੁਰਖ ਦੇ ਵੱਸ ਹੈ। ਦੂਜੇ ਭਾਏ ਵਿੱਚ ਖੁਆਉਣ ਅਤੇ ਖੁਆਰ ਕਰਨ ਦਾ ਮੂਜਦ ਤਾਂ ਮਨਮੁੱਖਾਂ ਦੇ ਮਨਮੁਖੀ ਦੁਕ੍ਰਿਤ ਕਰਮ ਹੀ ਹਨ, ਪਰ ਇਹਨਾਂ ਕਰਮਾਂ ਦਾ ਫਲ ਚਖਾਉਣਾ ਅਤੇ ਕਰਮ ਰੇਖਾ ਦਾ ਮਿਟਾਉਣਾ ਕਰਨ ਕਾਰਨ ਸਮਰੱਥ ਕਰਤੇ ਪੁਰਖ ਦੇ ਹੱਥ ਹੈ। ਪੂਰਬਲੇ ਜਨਮ ਦਾ ਵੱਟਾ ਜੋ ਕੁਝ ਮਿਲਦਾ ਹੈ ਸੋ ਕਰਮਾਂ ਕਰਕੇ ਮਿਲਦਾ ਹੈ। ਵਿਣ ਕਰਮਾਂ ਐਵੇਂ ਕੁਝ ਨਹੀਂ ਪਾਈਦਾ, ਪੂਰਬ ਲਿਖਿਆ ਹੀ ਕਮਾਈਦਾ ਹੈ। ਪੂਰਬ ਦੇ ਲਿਖੇ ਕਰਮਾਂ ਅਨੁਸਾਰ ਹੀ ਵੱਟੇ ਵਜੋਂ ਕਰਨੀ ਕਿਰਦਾਰ ਦੇ ਮਿਲੇ ਵਜੋਂ ਸਜ਼ਾ ਜਜ਼ਾ ਵਜੋਂ ਅੱਗੇ ਅਗਲੇ ਜਨਮ ਵਿੱਚ ਕਰਮ ਕਮਾਉਣੇ ਪੈਂਦੇ ਹਨ। ਕਰਮਾਂ ਦੀ ਕਮਾਈ ਦਾ ਇਹ ਸਿਲਸਿਲਾ ਮੁੱਕਦਾ ਹੀ ਨਹੀਂ। ਕਰਮਾਂ ਦੇ ਕਰਨ ਕਰਾਉਣ ਦੇ ਗੇੜ ਵਿੱਚ ਪਾਉਣਾ ਕਾਰਨ ਕਰਨ ਸਮਰੱਥ ਵਾਹਿਗੁਰੂ ਦੇ ਵਸ ਹੀ ਹੈ। ਸੂਹੀ ਮਹੱਲਾ ਪੰਜਵਾਂ। ਜਬ ਕਛ ਨ ਸਿਓ ਤਬ ਕਿਆ ਕਰਤਾ, ਕਵਨ ਕਰਮ ਕਰ ਆਇਆ। ਆਪਣਾ ਖੇਲ ਆਪ ਕਰ ਦੇਖੈ, ਠਾਕੁਰ ਰਚਨ ਰਚਾਇਆ। ਮੇਰੇ ਰਾਮ ਰਾਏ ਮੁਝ ਤੇ ਕਛੂ ਨਾ ਹੋਈ, ਆਪੇ ਕਰਤਾ ਆਪ ਕਰਾਏ। ਸਰਬ ਨਿਰੰਤਰ ਸੋਈ ਰਹਾਓ। ਗਣਤੀ ਗਣੀ ਨਾ ਛੂਟੈ ਕਤਹੂੰ, ਕਾਚੀ ਦੇ ਇਆਣੀ। ਕਿਰਪਾ ਕਰੋ ਪ੍ਰਭ ਕਰਨੈ ਹਾਰੇ, ਤੇਰੀ ਬਖਸ਼ ਨਿਰਾਲੀ। ਜੀ ਜੰਤ ਸਭ ਤੇਰੇ ਕੀਤੇ, ਘਟ ਘਟ ਤੁਹੀਂ ਧਿਆਈਐ। ਤੇਰੀ ਗਤ ਮੈਂ ਤੂੰ ਹੈ ਜਾਣੈ, ਕੁਦਰਤ ਕੀਮ ਨ ਪਾਈਐ। ਨਿਰਗੁਣ ਮੁਗਧ ਅਜਾਣ ਅਗਿਆਨੀ, ਕਰਮ ਧਰਮ ਨਹੀਂ ਜਾਣਾ। ਦਇਆ ਕਰੋ ਨਾਨਕ ਗੁਣ ਗਾਵੈ, ਮਿੱਠਾ ਲੱਗੈ ਤੇਰਾ ਭਾਣਾ। ਵਿਆਖਿਆ। ਜਦੋਂ ਇਹ ਦ੍ਰਿਸ਼ਟਮਾਨ ਆਕਾਰ ਪਸਾਰਿਆ ਹੀ ਨਹੀਂ ਸੀ ਗਿਆ, ਸ੍ਰਿਸ਼ਟੀ ਦੀ ਰਚਨਾ ਰਚੀ ਹੀ ਨਹੀਂ ਸੀ ਗਈ, ਜਦੋਂ ਇਹ ਦ੍ਰਿਸ਼ਟ ਗੋਚਰੀ ਕਾਇਨਾਤ ਹੈ ਹੀ ਨਹੀਂ ਸੀ, ਜਦੋਂ ਇਹ ਦਿਸ ਰਿਹਾ ਰਚਨਾਰਾ ਕੁਝ ਹੈ ਹੀ ਨਹੀਂ ਸੀ, ਰਚਨਹਾਰ ਨੇ ਰਚਿਆ ਹੀ ਨਹੀਂ ਸੀ, ਇਹ ਸਾਰੀ ਰਚਨਾ ਹੋਂਦ ਹਸਤੀ ਵਿੱਚ ਆਈ ਹੀ ਨਹੀਂ ਸੀ, ਇਹ 84 ਆਵਾਗਮਨ ਜੂਨੀਆਂ ਵਿੱਚ ਆਉਣਾ ਜਾਣਾ ਦਾ ਸਿਲਸਿਲਾ ਬਣਿਆ ਹੀ ਨਹੀਂ ਸੀ, ਤਦੋਂ ਇਹ ਜੀਵ ਕੀ ਕਰਦਾ ਹੁੰਦਾ ਸੀ, ਕਿਸ ਰੂਪ ਵਿੱਚ ਅਤੇ ਕਿਵੇਂ ਅਤੇ ਕਿੱਥੇ ਰਹਿੰਦਾ ਸੀ। ਅਤੇ ਜਦੋਂ ਰਚਨਾ ਰਚੀ ਗਈ ਅਤੇ ਆਕਾਰ ਪਸਾਰਿਆ ਗਿਆ, ਤਦੋਂ ਇਹ ਜੀਵ ਪਹਿਲਾਂ ਜੂਨੀ ਵਿੱਚ ਆਇਆ ਤਾਂ ਕਿਵੇਂ ਆਇਆ, ਕਿਹੜੇ ਕਰਮ ਕਰਕੇ ਆਇਆ। ਇਸ ਦਾ ਠੀਕ ਉੱਤਰ ਇਹੀ ਹੈ ਕਿ ਜਿਸ ਠਾਕੁਰ ਨੇ ਇਹ ਰਚਨ ਪਸਾਰਾ ਆਕਾਰ ਰਚਨਾਰਾ ਰਚਿਆ ਹੈ, ਉਹ ਆਪਣਾ ਖੇਲ ਕਰ ਕਰ ਵੇਖਦਾ ਹੈ ਅਤੇ ਰਚੇ ਖੇਲ ਨੂੰ ਵੇਖ ਵੇਖ ਵਿਗਸਦਾ ਹੈ। ਗੁਰਮਤ ਅਨੁਸਾਰ ਤਾਂ ਉੱਤਰ ਇਹੀ ਹੈ ਕਿ ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ। ਜਪਜੀ ਸਾਹਿਬ। ਸ੍ਰਿਸ਼ਟੀ ਦੀ ਰਚਨਾ ਦੇ ਕਾਰਨ ਦੀ ਅਸਲ ਹੈਤ ਦਾ ਅਸਲ ਜਾਣੂ ਤਾਂ ਸ੍ਰਿਸ਼ਟੀ ਦੀ ਰਚਨਾ ਨੂੰ ਸਾਜਣਹਾਰਾ ਸਿਰਜਣਹਾਰ ਕਰਤਾਰ ਹੀ ਹੈ। ਆਪਣਾ ਖੇਲ ਆਪ ਕਰ ਦੇਖੈ, ਠਾਕੁਰ ਰਚਨ ਰਚਾਇਆ। ਕਰਤੇ ਪੁਰਖ ਦੀ ਰਚਨਾਵੀ ਗਤਮਿਤ ਨੂੰ, ਕਾਦਰੇ ਮੁਤੱਲਕ ਦੀ ਕੁਦਰਤ ਨੂੰ, ਉਸ ਦਾ ਕੀਤਾ ਹੋਇਆ ਜੰਤ ਕੀ ਜਾਣ ਸਕਦਾ ਹੈ। ਕਰਤੇ ਕੀ ਮਿਤ ਨਾ ਜਾਣੈ ਕੀਆ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਆਪਣੀ ਅਲਪਗਤਾ ਨੂੰ ਜਣਾਉਂਦੇ ਹੋਏ ਉੱਤਮ ਜਗਿਆਸੂ ਤਾਂ ਆਖ ਕਰਤੇ ਪੁਰਖ ਅੱਗੇ ਬਿਨੇ ਅਲਾਉਂਦੇ ਹਨ, ਜੈਸਾ ਕਿ ਆਪ ਗੁਰੂ ਨਾਨਕ ਸਾਹਿਬ ਨੇ ਬਿਨੇ ਅਲਾਉਣ ਦਾ ਧੁਰਵਾ ਬੰਨਿਆ ਅਤੇ ਪੂਰਨਾ ਪਾਇਆ ਹੈ। ਹੇ ਮੇਰੇ ਰਾਮ, ਸਰਬੱਤ ਮੈਂ ਰਮ ਰਹੇ ਅਟਲ ਸ਼ਾਹ, ਸੁਲਤਾਨ ਰਾਏ ਕਰਤੇ ਪੁਰਖ। ਮੈਥੋਂ ਤਾਂ ਕੋਈ ਵੀ ਕਰਮ ਨਹੀਂ ਹੋ ਸਕਦਾ, ਤੂੰ ਆਪ ਹੀ ਕਰਨ ਕਾਰਨ ਸਮਰੱਥ ਹੈ, ਆਪੇ ਕਰਤਾ ਹੈ। ਜੋ ਆਪ ਕਰਾਵੈਂ ਸੋਈ ਹੁੰਦਾ ਹੈ। ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਭੈਰੋ ਨਾਮਦੇਵ ਜੀ। ਸਾਰਿਆਂ ਦੇ ਅੰਤਰ ਸੋਈ ਕਰਤਾਰ ਕਰਨਹਾਰ ਵਸ ਰਿਹਾ ਹੈ। ਸਰਬ ਨਿਰੰਤਰ ਸੋਈ ਪ੍ਰੇਰਕ ਹੋ ਕੇ ਨਿਰੰਤਰੋਂ ਹੀ ਸਭ ਕੁਝ ਕਰਦਾ ਕਰਾਉਂਦਾ ਹੈ।
काठ की पुत्री कहाँ करੈ बपुरी खिलावन हारो जानੈ। ਗੌੜੀ ਮਹੱਲਾ ਪੰਜਵਾਂ। ਗਣਤੀ ਗਣਿਆ ਕਰਮਾਂ ਦਾ ਲੇਖਾ ਕੀਤਿਆਂ ਕਿਤੇ ਵੀ ਅਤੇ ਕਦੇ ਵੀ ਛੁਟਕਾਰਾ ਨਹੀਂ। ਲੇਖੈ ਕਤਹਿ ਨਾ ਛੂਟੀਐ ਖਿਨ ਖਿਨ ਭੂਲਨ ਹਾਰ। ਗੌੜੀ 52 ਅੱਖਰੀ ਮਹੱਲਾ ਪੰਜਵਾਂ। ਅਲਪੱਗ ਕੱਚੀ ਦੇਹੀ ਵਾਲਿਆਂ ਦੀ ਕੱਚੀ ਹੀ ਅਲਪੱਗ ਮੱਤ ਹੈ। ਹੇ ਵਾਹਿਗੁਰੂ ਕਰਨਹਾਰ ਕਰਤਾਰ, ਆਪਣੀ ਕਿਰਪਾ ਕਰਕੇ ਬਖਸ਼ ਲਿਓ। ਤੇਰੀ ਬਖਸ਼ਿਸ਼ ਦਾ ਦਰ ਸਦਾ ਖੁੱਲਾ ਹੈ। ਤੁਧ ਜੇਵੜ ਬਖਸ਼ਿੰਦ ਬਖਸ਼ਣਹਾਰ ਹੋਰ ਕੋਈ ਨਹੀਂ। ਜੀ ਜੰਤ ਸਭ ਤੇਰੇ ਹੀ ਕੀਤੇ ਹੋਏ ਹਨ। ਸਰਬ ਘਟਾਂ ਦਾ ਤੂੰ ਹੀ ਪ੍ਰੇਰਕ ਹੈ। ਧਿਆਨ ਧਰ ਕੇ ਦੇਖੀਏ ਤਾਂ ਤੂੰ ਸਰਬ ਘਟ ਅੰਤਰ ਹਾਜ਼ਰ ਜ਼ਾਹਰਾ ਦਿਸਦਾ ਹੈ। ਤੇਰੀ ਗਤਮਿਤ ਤੂੰ ਹੀ ਜਾਣਦਾ ਹੈ। ਤੇਰੀ ਕੁਦਰਤ ਦਾ ਪਾਰਾਵਾਰ ਨਹੀਂ ਲਿਆ ਜਾ ਸਕਦਾ, ਨਾ ਹੀ ਕੀਮਤ ਪੈ ਸਕਦੀ ਹੈ ਤੇਰੀ ਕੁਦਰਤ ਦੀ। ਮੈਂ ਗੁਣਹੀਣ ਹਾਂ, ਮੂਰਖ ਹਾਂ, ਗਿਆਤਹੀਣ ਹਾਂ, ਗਿਆਨਹੀਣ ਅਜਾਣ ਅਗਿਆਨੀ ਹਾਂ। ਕਰਮ ਧਰਮ ਦੀ ਸਾਰ ਨਹੀਂ ਆਉਂਦੀ, ਨਾ ਕਰਮ ਕਰਨ ਦੀ ਜਾਚ ਹੈ, ਨਾ ਧਰਮੀ ਬਣ ਕੇ ਪੁੰਨ ਕਰਮਮਈ ਧਰਮ ਕਰਮ ਕਰਨ ਦੀ ਸੂਝ-ਬੂਝ ਹੈ। ਐਸੀ ਦਇਆ ਕਰੋ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਈ ਜਾਵਾਂ। ਤੇਰਾ ਪਾਣਾ ਜੋ ਤੂੰ ਕਰੈ ਕਰਾਵੇਂ ਸੋ ਮੈਨੂੰ ਮਿੱਠਾ ਲੱਗੇ। ਜੋ ਤੂੰ ਕਰੈ ਕਰਾਵੇਂ ਸੁਆਮੀ ਸਾ ਮਸਲਤ ਪਰਵਾਨ। ਰਹਾਓ। ਧਨਾਸਰੀ ਮਹੱਲਾ ਪੰਜਵਾਂ। ਤੇਰੇ ਕੀਤੇ ਵਿੱਚ, ਤੇਰੇ ਕਰਵਾਏ ਵਿੱਚ, ਤੇਰੇ ਹੁਕਮ ਦੀ ਕਾਰ ਵਿੱਚ, ਤੇਰੇ ਕਰਵਾਏ ਕਰਮ ਦੇ ਕਾਰਨ ਵਿੱਚ ਰੱਤੀ ਵੀ ਚੂੰ-ਚਿਰਾ ਨਾ ਹੋਵੇ। ਤੇਰੀ ਆਗਿਆ ਸਤ-ਸਤ ਕਰ ਮੰਨਣ ਤੇ ਤੇਰਾ ਭਾਣਾ ਮਿੱਠਾ ਕਰਕੇ ਮੰਨਣ ਦੀ ਕਿਰਪਾਲਤਾ ਹੋਵੇ। ਸਤਿਗੁਰੂ ਜਿਨ੍ਹਾਂ ਨੂੰ ਆਪਣੀ ਕਿਰਪਾ ਕਰਕੇ ਅਜਿਹੀਆਂ ਜੋਦੜੀਆਂ ਕਰਨੀਆਂ ਸਿਖਾ ਦਿੰਦਾ ਹੈ, ਉਹਨਾਂ ਉੱਤੇ ਜ਼ਰੂਰ ਬਖਸ਼ਿਸ਼ ਹੋ ਜਾਂਦੀ ਹੈ। ਤਿਨਾਂ ਪਾਸੋਂ ਸਦਾ ਸਾਹਿਬ ਸਿਫਤ ਸਲਾਹੀ ਕੀਰਤ ਰਮਾਈ ਕੰਮ ਹੀ ਕਰਾਉਂਦਾ ਹੈ। ਤਿਨਾਂ ਦੇ ਕਰਮ ਫਿਰ ਆਉਂਦੇ ਹਨ। ਤਿਨਾਂ ਤੋਂ ਫਿਰ ਮਾੜੇ ਕਰਮ ਹੁੰਦੇ ਹੀ ਨਹੀਂ, ਸਦਾ ਸੁਕ੍ਰਿਤ ਕਰਮ ਹੀ ਹੁੰਦੇ ਹਨ। ਇਉਂ ਕਾਰਨ ਕਰਤੇ ਵਸ ਕਰਮ ਹਨ। ਇਸ ਅਵਸਥਾ ਵਿੱਚ ਅੰਤਰਜਾਮੀ ਵਾਹਿਗੁਰੂ ਦੀ ਪ੍ਰੇਰਨਾ ਅਨੁਸਾਰ ਹੀ ਉਹ ਕਰਮ ਕਰਦਾ ਹੈ। ਉਸ ਦੇ ਆਪਣੇ ਉਦਮ ਰਹਿ ਖੜੋਂਦੇ ਹਨ। ਉਕਤ ਪ੍ਰੇਰਿਤ ਕਰਮ ਕਰਨ ਹਾਰੇ ਜਾਂਦਾ ਕੋਈ ਵਾਹ ਵਾਸਤਾ ਨਹੀਂ ਹੁੰਦਾ। ਜਿਉਂ ਤੰਤੀ ਨਟੂਆ ਤੰਤ ਵਜਾਉਂਦਾ ਹੈ, ਤਿਵੇਂ ਹੀ ਜੰਤ ਜਨ ਵਜਦੇ ਹਨ। ਉਦਮ ਮਤ ਪ੍ਰਭ ਅੰਤਰਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ। ਜਿਉਂ ਨਟੂਆ ਤੰਤ ਵਜਾਏ ਤੰਤੀ ਤਿਉਂ ਵਾਜੈ ਜੰਤ ਜਨਾ। ਬਿਲਾਵਲ ਮਹੱਲਾ ਚੌਥਾ। ਕਰਮਾਂ ਦਾ ਕਰਨਾ ਕਰਾਉਣਾ ਸਭ ਕਰਤੇ ਪੁਰਖ ਦੇ ਵੱਸ ਹੈ। ਕਰਤੇ ਪੁਰਖ ਤੋਂ ਮੁਨਕਰ ਨਾਸਤਕ ਲੋਕ ਬਕਦੇ ਹਨ ਕਿ ਜੀਵ ਤੋਂ ਕਰਮ ਹੀ ਸਭ ਕੁਝ ਕਰਾਉਂਦੇ ਹਨ। ਜੀਵ ਕਰਮਾਂ ਦਾ ਬੱਧਾ ਹੀ ਆਉਂਦਾ ਜਾਂਦਾ ਹੈ। ਕਰਮ ਮੁੱਕ ਜਾਣ ਤਾਂ ਜੀਵ ਦਾ ਆਉਣਾ ਜਾਣਾ ਮੁੱਕ ਜਾਂਦਾ ਹੈ ਅਤੇ ਜੀਵ ਨਿਰਵਾਣ ਪਦ ਨੂੰ ਪ੍ਰਾਪਤ ਹੋ ਜਾਂਦਾ ਹੈ। ਇਹ ਬੁੱਧ ਪੰਥੀਆਂ ਦਾ ਪੱਖ ਹੈ। ਦੈਰੀਏ ਨਾਸਤਕ ਤਾਂ ਮਾਇਆ ਨੂੰ ਹੀ ਸਭ ਕੁਝ ਮੰਨਦੇ ਹਨ। ਉਹ ਜੀਵ ਕਲਾ ਨੂੰ ਨਹੀਂ ਮੰਨਦੇ। ਉਹ ਕਹਿੰਦੇ ਹਨ ਮਾਇਆ ਦੇ ਪੰਜਾਂ ਤੱਤਾਂ ਕਰ ਹੀ ਦੇਹੀ ਸਾਜੀ ਜਾਂਦੀ ਹੈ। ਪੰਜ ਤੱਤ ਹੀ ਦੇਹੀ ਨੂੰ ਸਾਜਦੇ ਹਨ। ਦੇਹੀ ਬਿਨਸ ਗਈ, ਬਸ ਤੱਤਾਂ ਵਿੱਚ ਤੱਤ ਰਲ ਗਏ। ਨਾ ਕੁਛ ਆਉਂਦਾ ਹੈ, ਨਾ ਜਾਂਵਦਾ ਹੈ, ਨਾ ਜੀਵ ਹੈ, ਨਾ ਜੀਵਤ ਕਲਾ ਹੈ। ਤਿੰਨਾਂ ਮਾਇਆ ਦੇ ਤੱਤਾਂ ਨੂੰ ਹੀ ਸਭ ਕੁਝ ਮੰਨਣ ਵਾਲਿਆਂ ਲਈ ਤਾਂ ਪ੍ਰਸ਼ਨ ਰੂਪ ਵਿੱਚ ਇਹ ਉੱਤਰ ਹੈ ਕਿ ਪੰਚ ਤੱਤ ਮਿਲ ਕਾਇਆ ਕੀਨੀ, ਤੱਤ ਕਹਾਂ ਤੇ ਕੀਨ ਰੇ। ਗੌਂਡ ਕਬੀਰ ਜੀ। ਜੇ ਪੰਜਾਂ ਤੱਤਾਂ ਨੇ ਆਪੋ ਹੀ ਆਪਸ ਵਿੱਚ ਮਿਲ ਕੇ ਅਥਵਾ ਪੰਜਾਂ ਤੱਤਾਂ ਦੇ ਆਪਸ ਵਿੱਚ ਹੀ ਮਿਲਣ ਕਰ ਕਾਇਆ ਸੁਤੇ ਹੀ ਸਾਜੀ ਜਾਂਦੀ ਹੈ, ਤਾਂ ਤੁਸੀਂ ਦੱਸੋ ਕਿ ਤੱਤਾਂ ਦਾ ਸਾਜਣਹਾਰਾ ਕੌਣ ਹੈ? ਤੱਤ ਕਿੱਥੋਂ ਆਏ ਅਤੇ ਕਿਹਨੇ ਬਣਾਏ? ਸਾਫ਼ ਹੈ ਕਿ ਉਹਨਾਂ ਦਾ ਬਣਾਵਣਹਾਰਾ ਸਰਬ ਕਲਾ ਸਮਰੱਥ ਸਿਰਜਣਹਾਰ ਵਾਹਿਗੁਰੂ ਕਰਤਾ ਪੁਰਖ ਹੈ, ਜਿਸ ਨੇ ਆਪਣੀ ਸਰਬ ਕਲਾਵੀ ਸਮਰੱਥਤਾ ਕਰਕੇ ਆਪਣੇ ਆਪ ਨੂੰ ਸਾਜਿਆ ਹੈ। ਆਪ ਹੀ ਨੇ ਆਪ ਸਾਜਿਓ। ਉਹ ਸਵੈ ਪ੍ਰਕਾਸ਼ਤ ਸਹਿਭੰਗ ਕਲਾ ਕਰਕੇ ਅਕਲ ਕਲਾ ਸੰਪੰਨ ਹੈ। ਉਹਨਾਂ ਨੀਮ ਨਾਸਤਕਾਂ ਬੋਧਮਤੀ ਹੁਜਤੀਆਂ ਦੀ ਇਹ ਹੁਜਤ ਦਾ ਉੱਤਰ ਕਿ ਜੀਵ ਨਿਰਾਪੁਰਾ ਕਰਮਾਂ ਦੇ ਅਧੀਨ ਹੈ, ਕਰਮਾਂ ਦੇ ਬੰਧਨ ਵਿੱਚ ਹੀ ਕਰਮਾਂ ਦਾ ਬੱਧਾ ਹੋਇਆ ਹੀ ਜੀਵ ਭੌਂਦਾ ਫਿਰਦਾ ਹੈ, ਇਹ ਹੈ ਕਰਮ ਬੱਧ ਤੁਮ ਜੀਓ ਕਹਿਤ ਹੋ, ਕਰਮੈ ਕਿਨ ਜੀਓ ਦੀਨ ਰੇ। ਗੌਂਡ ਕਬੀਰ ਜੀ। ਜੇ ਜੀਓ ਨੂੰ ਤੁਸੀਂ ਕਰਮ ਬੱਧ ਕਹਿੰਦੇ ਹੋ ਤਾਂ ਦੱਸੋ ਕਿ ਜੀਵ ਨੂੰ ਕਰਮਾਂ ਵਿੱਚ ਬੰਧਨ ਵਾਲੀ ਜੀਵਤ ਕਲਾ ਕਿਹਨੇ ਦਿੱਤੀ? ਜੀਵ ਸੱਤਾ ਵਾਲੀ ਚੇਤਨਤਾ ਚੇਤਨ ਕਲਾ ਕਰਮਾਂ ਵਿੱਚ ਕਿਵੇਂ ਆਈ? ਕਿਸੇ ਦੀ ਦਿੱਤੀ ਆਈ ਕਿ ਆਪੇ ਹੀ ਆਈ? ਕਰਮ ਆਪੇ ਹੀ ਜੀਵਤ ਕਲਾ ਸੰਪੰਨ ਜਾਂ ਜੀਵ ਸੱਤਾ ਸੰਯੁਕਤ ਨਹੀਂ ਮੰਨੇ ਜਾ ਸਕਦੇ। ਅਸਲੇ ਕਰਕੇ ਕਰਮ ਤਾਂ ਜੀਵਨ ਕਲਾਹੀਨ ਨਿਪੁੰਸਕ ਹਨ। ਇਹ ਜੀਵ ਨੂੰ ਬੰਧਨ ਵਿੱਚ ਕਿਵੇਂ ਰੱਖ ਸਕਦੇ ਹਨ?
ਹਰਗਿਜ਼ ਨਹੀਂ ਰੱਖ ਸਕਦੇ। ਕਰਮਾਂ ਦੇ ਅਸਲੇ ਵਿੱਚ ਕੋਈ ਚੇਤਨ ਸੱਤਾ ਜਾਂ ਜੀਵਤ ਕਲਾ ਨਹੀਂ। ਕਰਮਾਂ ਉੱਪਰ ਕਰਤੇ ਪੁਰਖ ਦਾ ਕਲਾ ਸੰਪੰਨ ਡੰਡਾ ਹੈ। ਜੀਵਾਂ ਦੀ ਪ੍ਰਾਲਬੱਧ ਅਨੁਸਾਰ ਜੀਵਾਂ ਤੋਂ ਕਰਮ ਕਰਾਉਂਦਾ ਹੈ ਅਤੇ ਕਰਮਾਂ ਦਾ ਨਿਬੇੜਾ ਨਿਬੇੜਦਾ ਹੈ। ਕਰਮ ਆਪੋ ਨਿਬੇੜਾ ਕੁਝ ਨਿਬੇੜ ਨਹੀਂ ਸਕਦੇ। ਬੋਧਮਤੀ ਕਰਮ ਫਿਲਾਸਫੀ ਅਨੁਸਾਰ ਕਰਮ ਹੀ ਜੀਵ ਨੂੰ ਨਿਰਵਾਣ ਪਦ ਦਿਵਾਉਂਦਾ ਹੈ। ਕਰਮ ਹੀ ਸਭ ਕੁਝ ਕਰਾਉਂਦਾ ਹੈ। ਬੁੱਧਮਤੀ ਕਰਮ ਫਿਲਾਸਫੀ ਇੱਥੇ ਫੇਲ ਹੈ। ਉਹ ਜੀਵ ਨੂੰ ਤਾਂ ਮੰਨਦੇ ਹਨ, ਈਸ਼ਵਰ ਨੂੰ ਨਹੀਂ ਮੰਨਦੇ। ਕਰਮ ਨੂੰ ਅਨਾਦਿ ਮੰਨਦੇ ਹਨ ਤੇ ਕਹਿੰਦੇ ਹਨ ਕਿ ਕਰਮ ਦਾ ਕੀਤਾ ਹੋਇਆ ਨਿਰਵਾਣ ਰੂਪ ਜੀਵ ਹੀ ਕੁੱਲ ਕੁਲਾਂ ਹੈ। ਗੁਰਮਤ ਕਰਮ ਫਿਲਾਸਫੀ ਇਹਨਾਂ ਦੋਹਾਂ ਦਹਰੀਅਤ ਵਾਲੇ ਮਤਾਂ ਨੂੰ ਸੋਧਦੀ ਪ੍ਰਬੋਧਦੀ ਹੈ ਅਤੇ ਖੰਡਨ ਰੂਪ ਨਿਖੇਧੀ ਕਰਦੀ ਹੈ, ਨਾਸਤਕ ਅਤੇ ਅਧ ਨਾਸਤਕ ਮਤਾਂ ਨੂੰ। ਗੁਰਮਤ ਨਾਮ ਦੀ ਅਚਲ ਅਭਿਆਸ ਕਮਾਈ ਦੇ ਅਟਲ ਪ੍ਰਤਾਪ ਨਾਲ ਵਾਹਿਗੁਰੂ ਸਰਬ ਵਿਆਪਕ ਅਤੇ ਸਰਬ ਕਲਾ ਸਮਰੱਥ, ਪ੍ਰਤੱਖ ਅਤੇ ਪ੍ਰਗਟ ਪਹਾਰੇ ਨਜ਼ਰੀ ਆਉਂਦਾ ਹੈ। ਵਾਹਿਗੁਰੂ ਦੀ ਵਿਆਪਕਤਾ ਵਿੱਚ ਹੀ ਸਦ ਜੀਵ ਦੇਹੁਰੀ ਅਤੇ ਸਰਜੀਉ ਦੇਹੁਰੀ ਰੂਪੀ ਤਨ ਵਿੱਚ ਹੀ ਜੀਵ ਆਤਮਾ ਜੋਤ ਜੋਤੀਸ਼ ਵਾਹਿਗੁਰੂ ਪ੍ਰਕਾਸ਼ਿਤ ਹੋ ਜਾਂਦਾ ਹੈ। ਹਰ ਮੈਂ ਤਨ ਮੈਂ ਹਰ ਹੈ, ਸਰਬ ਨਿਰੰਤਰ ਸੋਏ ਰੇ। ਕਹਿ ਕਬੀਰ RAM ਨਾਮ ਨਾ ਛੋਡੋਂ, ਸਹਿਜੇ ਹੋਏ ਸੋ ਹੋਏ ਰੇ। ਗੌਂਡ ਕਬੀਰ ਜੀ। ਉੱਪਰਲੀ ਸਮੁੱਚੀ ਵਿਆਖਿਆ ਇਸ ਸਮੁੱਚੇ ਗੁਰਵਾਕ ਦੀ ਇਉਂ ਹੀ ਕੀਤੀ ਗਈ ਹੈ। ਪੰਚ ਤਤ ਮਿਲ ਕਾਇਆ ਕੀਨੀ, ਤਤ ਕਹਾਂ ਤੇ ਕੀਨ ਰੇ। ਕਰਮ ਬਦ ਤੁਮ ਜਿਉ ਕਹਿਥੋ, ਕਰਮੈ ਕਿਨ ਜਿਉ ਦੀਨ ਰੇ। ਹਰ ਮੈਂ ਤਨ ਮੈਂ ਹਰ ਹੈ, ਸਰਬ ਨਿਰੰਤਰ ਸੋਏ ਰੇ। ਕਹਿ ਕਬੀਰ RAM ਨਾਮ ਨਾ ਛੋਡੋਂ, ਸਹਿਜੇ ਹੋਏ ਸੋ ਹੋਏ ਰੇ। ਗੌਂਡ ਕਬੀਰ ਜੀਓ। ਸੱਚਮੁੱਚ ਕਰਮ ਕਰਾਉਣ ਕਾਰਨ ਕਰਤੇ ਦੇ ਹੱਥ ਵਸ ਹੈ। ਸੰਸਾਰੀਆਂ ਕਰਮਚਾਰੀਆਂ ਦੇ ਵਸ ਕਿਛ ਵੀ ਨਹੀਂ। ਨਾਨਕ ਸੱਚਾ ਏਕ ਹੈ, ਦੋ ਵਿੱਚ ਹੈ ਸੰਸਾਰ। ਚੰਗਾ ਮੰਦਾ ਆਪ ਲਾਇਨ, ਸੋ ਕਰਨ ਜੇ ਆਪ ਕਰਾਏ ਕਰਤਾਰ। ਰਾਮ ਕਲੀ ਕੀ ਵਾਰ ਮਹਲਾ ਤੀਜਾ। ਸੱਚੇ ਵਾਹਿਗੁਰੂ ਇੱਕ ਅਕਾਲ ਪੁਰਖ ਨੇ ਦਵੈਤਾ ਵਿੱਚ ਵਿਆਪ ਰਹੀ ਦੁਨੀਆ ਨੂੰ ਆਪੇ ਹੀ ਕਰਮਾਂ ਦੇ ਪਾਸੇ ਲਾਇਆ ਹੋਇਆ ਹੈ। ਚੰਗੇ ਮੰਦੇ ਕਰਮਾਂ ਵਿੱਚ ਆਪ ਹੀ ਆਪਣੇ ਹੁਕਮ ਅਨੁਸਾਰ ਸੰਸਾਰੀਆਂ ਨੂੰ ਲਾ ਛੱਡਿਆ ਹੈ। ਸੰਸਾਰੀ ਕਰਮਾਚਾਰੀ ਉਹੀ ਕੁਝ ਕਰਦੇ ਹਨ, ਉਹੀ ਕਰਮ ਕਮਾਉਂਦੇ ਹਨ ਜੋ ਆਪ ਖੁਦ ਕਰਤਾਰ ਕਰਾਏ, ਜਿਨ੍ਹਾਂ ਕਰਮਾਂ ਵੱਲ ਆਪ ਕਰਤਾਰ ਰੁਚੀ ਕਰਵਾਏ। ਸੱਚੇ ਕਰਤਾਰ ਦਾ ਫੁਰਮਾਨ ਸੱਚਾ ਅਤੇ ਅਟਲ ਹੈ। ਇਸ ਫੁਰਮਾਨ ਹੁਕਮ ਨੂੰ ਕੋਈ ਫੇਰ ਨਹੀਂ ਸਕਦਾ, ਉਲਟਾ ਨਹੀਂ ਸਕਦਾ, ਮੋੜ ਨਹੀਂ ਸਕਦਾ। ਉਸ ਕਾਦਰ ਕਰਤੇ ਪੁਰਖ ਦੀ ਕੀਤੀ ਹੋਈ ਸਭ ਕੁਦਰਤ ਹੈ। ਕੁਦਰਤ ਦੇ ਬੰਦੇ ਵੀ ਸਭ ਉਸੇ ਦੇ ਕੀਤੇ ਹੋਏ ਹਨ। ਕੁਦਰਤ ਦੇ ਬੰਦਿਆਂ ਪਾਸੋਂ ਕਰਮ ਵੀ ਕਰਤਾ ਪੁਰਖ ਆਪਣੇ ਹੁਕਮ ਅਨੁਸਾਰੀ ਕਰਾਉਂਦਾ ਹੈ। ਉਹ ਕਾਰਨ ਕਰਨ ਕਰੀਮ ਹੈ। ਜਿਸ ਦੇ ਮਸਤਕ ਆਪਣੀ ਬਖਸ਼ਿਸ਼ ਦਾ ਕਰਮ ਨਿਸ਼ਾਨ ਪਾਉਂਦਾ ਹੈ, ਉਸੇ ਸੇਵਕ ਕਰਮਚਾਰੀ ਨੂੰ ਆਪਣੇ ਹੁਕਮ ਅਨੁਸਾਰੀ ਕਰਮਾਂ ਦੀ ਕਮਾਈ ਰੂਪੀ ਸੇਵਾ ਵਿੱਚ ਲਿਆਉਂਦਾ ਹੈ। ਤਤ ਹੁਕਮ ਰਜ਼ਾਈ ਕਰਮਾਂ ਦੀ ਸਫਲ ਕਮਾਈ ਕਰਕੇ ਜਿਸ ਗੁਰਮੁਖ ਦਾ ਸਤਿਗੁਰੂ ਦਾ ਮੇਲਾ ਕਰਾਇਕੈ ਅਤੇ ਸਤਿਗੁਰੂ ਤੋਂ ਗੁਰਮੰਤਰ ਦੀਖਿਆ ਦਿਵਾਇਕੈ ਨਾਭ ਕਮਲ ਵਿਗਸਾਉਣਾ ਹੁੰਦਾ ਹੈ, ਉਸ ਨੂੰ ਦਿਨ ਰਾਤ ਜਾਗਰਤ ਅਵਸਥਾ ਵਿੱਚ ਸਾਵਧਾਨਤਾ ਸਹਿਤ ਅਤੁੱਟ ਅਭਿਆਸ ਕਮਾਈ ਕਰਨ ਦੀ ਦਾਤ ਮਿਲਦੀ ਹੈ। ਸਹੀ ਤੇਰਾ ਫੁਰਮਾਨ ਕਿਨੈ ਨਾ ਫੇਰੀਐ, ਕਾਰਨ ਕਰਨ ਕਰੀਮ ਕੁਦਰਤ ਤੇਰੀਐ। ਜਿਸ ਕੈ ਮਸਤਕ ਕਰਮ ਹੋਏ ਸੋ ਸੇਵਾ ਲਾਗਾ, ਜਿਸ ਗੁਰਮਿਲ ਕਮਲ ਪ੍ਰਗਾਸਿਆ ਸੋ ਅਨ ਦਿਨ ਜਾਗਾ। ਰਾਮ ਕਲੀ ਕੀ ਵਾਰ ਮਹਲਾ ਪੰਜਵਾਂ। ਜੋ ਕੋਈ ਜਿੱਧਰ ਜਿਸ ਪਾਸੇ ਲਾਇਆ ਹੈ ਲਾਉਣਹਾਰੇ ਨੇ, ਸੋ ਪ੍ਰਾਣੀ ਉਧਰ ਹੀ ਉਸੇ ਪਾਸੇ ਲੱਗਦਾ ਹੈ ਅਤੇ ਤੈਸੇ ਹੀ ਕਰਮ ਕਰਨ ਲੱਗ ਪੈਂਦਾ ਹੈ। ਜਿਸ ਉੱਤੇ ਵਾਹਿਗੁਰੂ ਦੀ ਅਤ ਦਰਜੇ ਦੀ ਕਿਰਪਾਲਤਾ ਹੁੰਦੀ ਹੈ, ਤਿਸ ਜਨ ਜਗਿਆਸੂ ਨੂੰ ਗੁਰੂ ਘਰ ਦੀ ਸਾਧ ਸੰਗਤ ਵੱਲ ਲਾਏ ਕੇ ਸਤ ਸੰਗਤ ਵਿੱਚ ਰਖਾਏ ਕੇ ਤਿਸ ਪਾਸੋਂ ਸਿਮਰਨ ਭਜਨ ਰੂਪੀ ਸੱਚਾ ਕਰਮ ਕਰਾਉਂਦਾ ਹੈ ਅਤੇ ਬ੍ਰਹਮ ਪਾਰ ਬ੍ਰਹਮ ਦਾ ਧਿਆਨ ਧਰਾਉਂਦਾ ਹੈ। ਗੁਰੂ ਨਾਨਕ ਦੇ ਗੁਰਮਤ ਧਰਮ ਮਤ ਗੁਰਮਤ ਵਾਲਾ ਧਿਆਨ ਆਉਂਦਾ ਹੈ। ਯਥਾ ਗੁਰਵਾਕ। ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੇ ਕਰਮ ਕਮਾਇਓ। ਜੋ ਭਇਓ ਕਿਰਪਾਲ ਤਾਂ ਸਾਧ ਸੰਗ ਪਾਇਆ, ਜਨ ਨਾਨਕ ਬ੍ਰਹਮ ਧਿਆਇਓ। ਮਾਰੂ ਮਹਲਾ ਪੰਜਵਾਂ। ਘਰ ਤੀਜਾ। ਅਸ਼ਟਪਦੀਆਂ। ਕਰਤੇ ਪੁਰਖ ਦੇ ਪਠਾਏ ਹੋਏ ਹੀ ਜੀਵ ਜਗਤ ਵਿੱਚ ਆਉਂਦੇ ਹਨ ਅਤੇ ਸੋਈ ਕਰਮ ਕਰਾਉਂਦੇ ਹਨ ਜੈਸਾ ਕਿ ਵਾਹਿਗੁਰੂ ਦਾ ਰਜ਼ਾਕਾਰ ਭਾਣਾ ਹੁੰਦਾ ਹੈ। ਕਰਤੇ ਪੁਰਖ ਦੀ ਰਜ਼ਾ ਤੋਂ ਬਾਹਰ ਕਿਛ ਵੀ ਨਹੀਂ ਹੁੰਦਾ, ਨਾ ਕਰਮ ਨਾ ਧੰਦਾ। ਤਾਂ ਤੇ ਕਾੜਾ ਦੇਸਾ ਕਾਦਾ। ਯਥਾ ਗੁਰਵਾਕ।
तुम्हें पठाए तां जग में आए, जो तुद भाणा से कर्म कमाए, तुझ ते बाहर किछु न हुआ, तां भी नाहीं किछ काढ़ा। ਮਾਰੂ ਸੋਲ੍ਹੇ ਮਹੱਲਾ ਪੰਜਵਾਂ। ਜਿਸ ਪਾਸੇ ਇਹਨਾਂ ਅਲਪਗ ਪ੍ਰਾਣੀਆਂ ਨੂੰ ਲਾਇਆ ਹੈ, ਤਿਸੇ ਪਾਸੇ ਉਹ ਲੱਗਦੇ ਹਨ ਅਤੇ ਤਿਹੋ ਜਿਹੇ ਹੀ ਕਰਮ ਕਮਾਉਂਦੇ ਹਨ। ਵਾਹਿਗੁਰੂ ਜਿਸ ਉੱਪਰ ਆਪਣੀ ਕਿਰਪਾ ਕਰਦਾ ਹੈ, ਤਿਸ ਨੂੰ ਗੁਰੂ ਸ਼ਬਦ ਵੱਲ ਲਾ ਦਿੰਦਾ ਹੈ। ਗੁਰ ਸ਼ਬਦ ਕਮਾਈ ਉਸ ਤੋਂ ਕਰਾ ਕੇ ਉਸ ਨੂੰ ਬ੍ਰਹਮ ਸਰੂਪ ਸ਼ਬਦ ਵਿਖੇ ਹੀ ਸ਼ਬਦ ਦੁਆਰਾ ਬ੍ਰਹਮ ਵਿੱਚ ਹੀ ਸਮਾ ਲੈਂਦਾ ਹੈ। ਯਥਾ ਗੁਰਵਾਕ ਜਿਤ ਹਮ ਲਾਏ ਤਿਤ ਹੀ ਲਾਗੇ, ਤੈਸੇ ਕਰਮ ਕਮਾਵੇਂਗੇ, ਹਰ ਜੀ ਕਿਰਪਾ ਕਰੇ ਜੋ ਆਪਣੀ, ਤੋ ਗੁਰ ਕੇ ਸ਼ਬਦ ਸਮਾਵੇਂਗੇ। ਮਾਰੂ ਕਬੀਰ ਜੀ। ਇਹ ਸੰਸਾਰ ਸਾਰਾ ਵਿਕਾਰ ਰੂਪੀ ਹੈ ਅਤੇ ਵਿਕਾਰੀ ਕਰਮ ਵਿੱਚ ਹੀ ਵਿਹੜਿਆ ਹੋਇਆ ਹੈ। ਵਿਕਾਰ ਕਰਮਾਂ ਕਰ ਇੱਥੇ ਅੰਨੀ ਪਈ ਹੋਈ ਹੈ। ਕੋਈ ਕਿਸੇ ਨੂੰ ਵਰਜਦਾ ਨਹੀਂ। ਵਰਜੇ ਕਿਵੇਂ? ਸਾਰੇ ਅੰਧੇਰ ਹੀ ਅੰਧੇਰ ਵਿਆਪਿਆ ਹੋਇਆ ਹੈ। ਇਸ ਕਰਕੇ ਸਗਲੀ ਲੁਕਾਈ ਹੀ ਗੁੰਮਰਾਹ ਹੋਈ ਫਿਰਦੀ ਹੈ। ਆਨਮਤ ਕਿਰਤ ਕਰਮੀਆਂ ਦੀ ਕੀਤੀ ਕਤਾਈ ਇੱਥੇ ਸਭ ਖੋਈ ਜਾਂਦੀ ਹੈ। ਇੱਥੇ ਤਾਂ ਬਸ ਨਾਮ ਰੂਪੀ ਰਤਨ ਦੀ ਅਭਿਆਸ ਕਮਾਈ ਰੂਪੀ ਕਰਮ ਦਾ ਹੀ ਚਾਨਣ ਹੁੰਦਾ ਹੈ, ਜਿਸ ਕਰਕੇ ਅਭਿਆਸੀ ਜਨ ਦੀ ਸੁਰਤੀ ਅੰਦਰ ਹੀ ਇਸ ਚਾਨਣ ਦਾ ਪਉ ਫੁਟਾਲਾ ਹੁੰਦਾ ਹੈ। ਪ੍ਰਚੰਡ ਸੁਰਤ ਗਿਆਨ ਰੂਪੀ ਲੋਈ ਫੁੱਟਦੀ ਹੈ। ਵਾਹਿਗੁਰੂ ਨਾਮ ਹੀ ਸੱਚਾ ਦਾਰੂ ਹੈ ਅੰਧਕਾਰ ਦੇ ਨਿਕਲਣ ਦਾ। ਹੋਰ ਸਰਬ ਕਰਮ ਨਾਸ ਰੂਪ ਹਨ, ਅਨਿਤ ਨਾਸ ਹੋਣ ਵਾਲੇ ਹਨ। ਇਸ ਨਾਮ ਰੂਪੀ ਕਰਮ ਦੇ ਦਾਰੂ ਰੂਪੀ ਕਾਰਨ ਦਾ, ਸਫਲ ਫਲਾਰਣ ਕਾਰਨ ਦਾ ਕਰਨੇਹਾਰ ਵੀ ਵੱਡਾ ਅਪਾਰ ਹੈ। ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤਿੱਥੈ ਲੋਏ, ਅੰਧੇਰ ਅੰਧੀ ਵਾਪਰੈ ਸਗਲ ਲੀਜੈ ਖੋਏ। ਇਹ ਸੰਸਾਰ ਸਗਲ ਬੇਕਾਰ, ਤੇਰਾ ਨਾਮ ਦਾਰੂ ਅਵਰ ਨਾਸਤ ਕਰਨਹਾਰ ਅਪਾਰ। ਰਹਾਓ। ਪ੍ਰਭਾਤੀ ਮਹੱਲਾ ਪਹਿਲਾ। ਜਿਹੜੇ ਕਹਿੰਦੇ ਹਨ ਮੇਰਾ ਕਰਿਆ ਸਭ ਕੁਝ ਹੁੰਦਾ ਹੈ, ਉਹ ਸਭ ਝੰਖ ਝੰਖਦੇ ਹਨ, ਝੱਖ ਮਾਰਦੇ ਹਨ। ਉਹਨਾਂ ਦਾ ਕਹਿਆ ਕੀਤਾ ਕੁਝ ਨਹੀਂ ਹੁੰਦਾ। ਕਰਮ ਕਰੀਮ ਹੀ ਛੇਕੜ ਕਰਦਾ ਹੈ, ਉਸ ਦਾ ਕੀਤਾ ਕੋਈ ਮੇਟ ਨਹੀਂ ਸਕਦਾ। ਕਬੀਰ ਝੰਖ ਨਾ ਝੰਖੀਐ, ਤੁਮਰੋ ਕਹਿਓ ਨਾ ਹੋਏ, ਕਰਮ ਕਰੀਮ ਜੋ ਕਰ ਰਹੇ, ਮੇਟ ਨਾ ਸਾਕੈ ਕੋਏ। ਸ਼ਲੋਕ ਕਬੀਰ ਜੀ।